ਹੈਲੋ ਮਾਈ ਡੀਅਰ ਸਟੂਡੈਂਟਸ ਆਫ 10th ਕਲਾਸ। ਕੀ ਹਾਲ ਚਾਲ ਹੈ ਬੇਟਾ ਜੀ ਤੁਹਾਡੇ? ਤੁਹਾਨੂੰ ਇਹ ਪਤਾ ਹੈ ਕਿ ਅੱਜ ਜਿਹੜਾ ਤੁਹਾਡਾ ਸਟੇਟ ਟੈਸਟ ਹੋਇਆ ਹੈ ਦੈਟ ਇਜ਼ ਆਫ ਯੂਅਰ ਵੀਕਲੀ ਟੈਸਟ ਆਫ ਸਾਇੰਸ। ਤਾਂ ਉਹਦੇ ਕਰਕੇ ਆਪਾਂ ਕੀ ਕਰ ਰਹੇ ਹਾਂ ਜੀ, ਉਹਦੀ ਆਪਾਂ ਅੱਜ ਪ੍ਰੈਪਰੇਸ਼ਨ ਕਰਨ ਜਾ ਰਹੇ ਹਾਂ। ਉਹਦੀ ਪ੍ਰੈਪਰੇਸ਼ਨ ਦੇ ਅੰਡਰ ਅੱਜ ਜੋ ਮੈਂ ਤੁਹਾਨੂੰ ਜਿਹੜੀ ਉਹ ਕਰਵਾਉਣਾ ਚਾਹੁੰਦੀ ਹਾਂ, ਜਿਹੜੇ ਵੀ ਸਲਿਊਸ਼ਨਸ ਆਪਾਂ ਕਰਾਂਗੇ ਅੱਜ ਦੇ ਟੈਸਟ ਦੇ, ਉਹ ਬੇਟਾ ਜੀ ਤੁਹਾਨੂੰ ਪਤਾ ਹੈ ਕਿ ਤੁਹਾਡਾ ਜਿਹੜਾ ਦੋ ਚੈਪਟਰਸ 'ਚੋਂ ਟੈਸਟ ਆਇਆ ਦੈਟ ਇਜ਼ ਯੂਅਰ ਵੀਕਲੀ ਟੈਸਟ ਸਾਇੰਸ ਦਾ ਜਿਹੜਾ ਫਸਟ ਚੈਪਟਰ ਹੈ ਅਤੇ ਨਾਲ ਸੈਕਿੰਡ ਚੈਪਟਰ ਹੈ। ਬੋਥ ਚੈਪਟਰ ਬਹੁਤ ਇੰਪੋਰਟੈਂਟ ਸੀ ਔਰ ਲੈਟ ਅਸ ਡਿਸਕਸ ਦਾ ਆਨਸਰਸ ਆਫ ਦੀਜ਼ ਕੁਐਸਚਨ ਤਾਂ ਕਿ ਜਿਹੜਾ ਤੁਹਾਨੂੰ ਹੈ ਅੱਛੀ ਤਰ੍ਹਾਂ ਕਲੈਰਿਟੀ ਹੋ ਜਾਏ ਕਿ ਤੁਸੀਂ ਕਿੱਥੇ ਲੈਕ ਕਰਦੇ ਸੀ ਜਾਂ ਕੀ ਗੱਲ ਸੀ, ਕਿੱਥੇ ਤੁਹਾਡੇ ਮਾਰਕਸ ਦੀ ਕਮੀ ਰਹੀ ਜਾਂ ਕਿੱਥੇ ਤੁਹਾਡੇ ਟੀਚਰ ਨੇ ਤੁਹਾਡੇ ਮਾਰਕਸ ਕੱਟੇ। ਤੋ ਲੈਟ ਅਸ ਡਿਸਕਸ ਦਾ ਫਸਟ ਕੁਐਸਚਨ ਜਿਹੜਾ ਟੈਸਟ 'ਚ ਆਇਆ ਹੈ। ਬਹੁਤ ਹੀ ਮਤਲਬ ਈਜ਼ੀ ਕੁਐਸਚਨ ਹੈ, ਬਹੁਤ ਹੀ ਕੰਸੈਪਟ ਕਲੀਅਰਿੰਗ ਕੁਐਸਚਨ ਹੈ। ਤੋ ਲੈਟ ਅਸ ਡਿਸਕਸ ਦਾ ਫਸਟ ਕੁਐਸਚਨ। ਇੱਕ ਘੋਲ ਅੰਡੇ ਦੇ ਛਿਲਕੇ ਦੇ ਬਰੀਕ ਟੁਕੜਿਆਂ ਨਾਲ ਕਿਰਿਆ ਕਰਕੇ ਇੱਕ ਗੈਸ ਪੈਦਾ ਕਰਕੇ ਪਾਣੀ ਨੂੰ ਦੁੱਧੀਆ ਕਰ ਦਿੰਦੀ ਹੈ। ਘੋਲ ਵਿੱਚ ਮੌਜੂਦ ਹੈ a solution react with crushed eggshells to give a gas that turns lime water milky। ਤੁਹਾਨੂੰ ਪਤਾ ਜੀ ਕਿਹੜੀ ਗੈਸ ਲਾਈਮ ਵਾਟਰ ਨੂੰ ਮਿਲਕੀ ਕਰਦੀ ਹੈ? ਦੈਟ ਇਜ਼ ਕਾਰਬਨ ਡਾਈਆਕਸਾਈਡ। ਠੀਕ ਹੈ, ਤੇ ਹੁਣ ਦਾ ਸੋਲਿਊਸ਼ਨ 'ਚ ਕੀ ਹੋਏਗਾ? ਓਬਵੀਅਸ ਹੈ ਬੇਟਾ ਕਿ ਜੇ ਗੈਸ ਪ੍ਰੋਡਿਊਸ ਹੋਏਗੀ ਤੇ ਐਗਸ਼ੈਲਸ ਨਾਲ ਰਿਐਕਸ਼ਨ ਹੋਏਗੀ ਤੇ ਜਿਹੜਾ ਸਾਡੀ ਰਿਐਕਸ਼ਨ ਹੋਏਗੀ ਉਹ 'ਚ ਕੀ ਹੋਏਗਾ ਜੀ? ਉਹ 'ਚ ਇੱਕ ਐਸਿਡ ਮੌਜੂਦ ਹੋਏਗਾ ਐਂਡ ਇਹ 'ਚ ਇਹਨਾਂ ਸਾਰੀਆਂ ਆਪਸ਼ਨਸ 'ਚ HCl ਜਿਹੜਾ ਹੈ ਹਾਈਡਰੋਕਲੋਰਿਕ ਐਸਿਡ ਜਿਹੜਾ ਹੈ ਦੈਟ ਇਜ਼ ਦਾ ਰਾਈਟ ਆਪਸ਼ਨ। ਹੇਠ ਲਿਖਿਆਂ ਵਿੱਚੋਂ ਕਿਹੜੀ ਕਿਸਮ ਦੀ ਦਵਾਈ ਬਦਹਜ਼ਮੀ ਦੇ ਇਲਾਜ ਲਈ ਕਰਨ ਲਈ ਵਰਤੀ ਜਾਂਦੀ ਹੈ? ਵਿਚ ਆਫ ਦਾ ਫੋਲੋਇੰਗ ਟਾਈਪਸ ਆਫ ਮੈਡੀਸਨ ਇਜ਼ ਯੂਜ਼ਡ ਫॉर ਟ੍ਰੀਟਿੰਗ ਇਨਡਾਈਜੈਸ਼ਨ? ਐਂਟੀਬਾਇਓਟਿਕ, ਐਨਾਲਜੈਸਿਕ, ਐਂਟੈਸਿਡ, ਐਂਟੀਸੈਪਟਿਕ। ਬੇਟਾ ਜੀ ਤੁਹਾਨੂੰ ਪਤਾ ਹੈ ਕਿ ਐਸਿਡ ਜਿਹੜਾ ਹਜ਼ਮੀ ਹੈ ਜਾਂ ਐਸਿਡ ਦੀ ਟ੍ਰੀਟਮੈਂਟ ਲਈ ਜਾਂ ਇਨਡਾਈਜੈਸ਼ਨ ਦੀ ਟ੍ਰੀਟਮੈਂਟ ਲਈ ਆਪਾਂ ਓਬਵੀਅਸ ਹੈ ਕਿਹੜੀ ਦਵਾਈ ਵਰਤਾਂਗੇ? ਐਂਟੈਸਿਡ, ਜਿਹੜੀ ਕਿ ਐਸਿਡ ਨੂੰ ਕੀ ਹੈ ਖਤਮ ਕਰ ਸਕੇ। ਠੀਕ ਹੈ, ਚਲੋ ਜੀ ਥਰਡ ਕੁਐਸਚਨ। ਬਹੁਤ ਹੀ ਜ਼ਿਆਦਾ ਆਪਾਂ ਇਹ ਵੀ ਤੁਹਾਨੂੰ ਐਕਸਪਲੇਨ ਕਰਾਇਆ ਸੀ ਕਿ ਇੱਕ ਘੋਲ ਲਾਲ ਲਿਟਮਸ ਨੂੰ ਨੀਲਾ ਕਰ ਦਿੰਦਾ ਹੈ। ਇਸ ਦੀ ਸੰਭਵ ਤੌਰ ਤੇ pH ਹੈ a solution turn red litmus blue its pH is likely to 1, 5, 4, 10। ਬੇਟਾ ਜੀ ਹੁਣ ਇੱਥੇ ਤੁਹਾਨੂੰ ਕਿੱਦਾਂ ਯਾਦ ਕਰਾਇਆ ਗਿਆ ਸੀ ਕਿ ਲਾਲ ਲਿਟਮਸ ਨੂੰ ਨੀਲਾ ਕਰਨਾ। ਠੀਕ ਹੈ ਜੀ, ਲਾਲ ਨੂੰ ਨੀਲਾ ਕਰ ਰਿਹਾ ਹੈ ਔਰ ਕੌਣ ਹੈ ਉਹ? ਬੇਸ ਹੈ ਜੀ। ਬੇਸ ਹੈ ਤਾਂ ਹੀ ਲਾਲ ਨੂੰ ਨੀਲਾ ਕਰ ਰਿਹਾ ਹੈ। ਤੇ ਬੇਸ ਦੀ pH ਕੀ ਹੁੰਦੀ ਜੀ? ਬੇਸ ਦੀ pH ਹੁੰਦੀ ਹੈ 7 ਤੋਂ ਉੱਤੇ। 7 ਨਿਊਟਰਲ ਹੁੰਦਾ ਹੈ, ਯਾਨੀ 8 ਤੋਂ ਜੇ ਮੈਂ 14 ਕਵਾਂ ਤੇ ਓਬਵੀਅਸ ਹੈ ਇੱਥੇ 8 ਤੋਂ 14 'ਚ ਸਿਰਫ ਇੱਕੋ ਹੀ ਆਪਸ਼ਨ ਹੈ ਸਾਡੇ ਕੋਲ ਦੈਟ ਇਜ਼ 10। ਤਾਂ ਸਾਡਾ ਸਹੀ ਉੱਤਰ ਕੀ ਹੋਣਾ ਸੀ? 10। ਕੀ ਹੁੰਦਾ ਹੈ ਜਦੋਂ ਪਤਲਾ ਹਾਈਡਰੋਕਲੋਰਿਕ ਐਸਿਡ, ਹਾਈਡਰੋਕਲੋਰਿਕ ਐਸਿਡ ਸਭ ਨੂੰ ਫਾਰਮੂਲਾ ਪਤਾ ਹੈ, HCl ਨੂੰ ਆਪਾਂ ਲੋਹ ਚੌਰਨ ਦੇ ਉੱਤੇ ਪਾਉਂਦੇ ਹਾਂ। ਵਟ ਹੈਪਨਸ? ਬੇਟਾ ਜੀ ਇੱਕ ਗੱਲ ਮੇਰੀ ਯਾਦ ਰੱਖਿਓ, ਇਹ ਬਾਰ-ਬਾਰ ਜਿਹੜਾ ਲੋਹ ਚੂਰਨ ਹੈ ਦੈਟ ਇਜ਼ ਆਇਰਨ, ਹੈ ਨਾ। ਤੇ ਜਦੋਂ ਵੀ ਵਟ ਹੈਪਨਸ ਵੈਨ ਡਿਲੂਟ ਹਾਈਡਰੋਕਲੋਰਿਕ ਐਸਿਡ ਰਿਐਕਟ ਵਿਦ ਆਇਰਨ ਫਿਲਿੰਗਸ, ਤਾਂ ਬੇਟਾ ਜੀ ਜਦੋਂ ਵੀ ਕੋਈ ਧਾਤ HCl ਦੇ ਨਾਲ ਕਿਰਿਆ ਕਰੇਗੀ ਤਾਂ ਹਮੇਸ਼ਾ ਇੱਕੋ ਹੀ ਗੈਸ ਪੈਦਾ ਹੁੰਦੀ ਹੈ ਦੈਟ ਇਜ਼ ਹਾਈਡਰੋਜਨ ਗੈਸ। ਠੀਕ ਹੈ, ਇਹਦਾ ਮਤਲਬ ਜਿਹੜੀ ਆਪਸ਼ਨ 'ਚ ਤੁਸੀਂ ਅਗਰ ਜੇ ਤੁਹਾਨੂੰ ਦੂਜਾ ਪ੍ਰੋਡਕਟ ਨਾ ਵੀ ਪਤਾ ਹੋਵੇ ਤੇ ਜਿਹੜੀ ਆਪਸ਼ਨ 'ਚ ਵੀ ਤੁਸੀਂ ਹਾਈਡਰੋਜਨ ਦੇਖੋ ਤਾਂ ਉਹਨੂੰ ਤੁਸੀਂ ਸਹੀ ਕਰ ਦਿਓ। ਹਾਈਡਰੋਜਨ ਗੈਸ ਅਤੇ ਆਇਰਨ ਕਲੋਰਾਈਡ ਪੈਦਾ ਹੁੰਦੇ ਨੇ ਦੈਟ ਇਜ਼ ਕਲੋਰੀਨ ਗੈਸ ਔਰ ਆਇਰਨ ਹਾਈਡਰੋਆਕਸਾਈਡ ਪੈਦਾ ਹੁੰਦੇ ਨੇ, ਕੋਈ ਕਿਰਿਆ ਨਹੀਂ ਹੁੰਦੀ। ਆਇਰਨ ਲੂਣ ਅਤੇ ਪਾਣੀ ਪੈਦਾ ਹੁੰਦੇ ਆ ਤਾਂ ਬੇਟਾ ਜੀ ਹਾਈਡਰੋਜਨ ਗੈਸ ਤੇ ਆਇਰਨ ਕਲੋਰਾਈਡ ਜਿਹੜੇ ਹਨ ਉਹ ਪੈਦਾ ਹੁੰਦੇ ਨੇ। ਫਿਫਥ ਕੁਐਸਚਨ ਸੀਗਾ Fe2O3 when react with aluminium it gives you Al2O3 plus Fe। ਉਪਰੋਕਤ ਰਸਾਇਣਿਕ ਕਿਰਿਆ ਇੱਕ ਉਦਾਹਰਨ ਹੈ ਸੰਯੋਜਨ ਕਿਰਿਆ ਦੀ, ਦੋਹਰਾ ਵਿਸਥਾਪਨ ਕਿਰਿਆ ਦੀ, ਅਪਘਟਨ ਕਿਰਿਆ ਦੀ ਤੇ ਵਿਸਥਾਪਨ ਕਿਰਿਆ ਦੀ। ਐਜ਼ ਯੂਜੂਅਲ ਬੱਚੇ ਕਨਫਿਊਜ਼ ਹੁੰਦੇ ਨੇ ਦੋਹਰਾ ਵਿਸਥਾਪਨ ਕਿਰਿਆ ਤੇ ਵਿਸਥਾਪਨ ਕਿਰਿਆ 'ਚ। ਬੇਟਾ ਜੀ ਤੁਸੀਂ ਦੇਖੋ ਇੱਥੇ ਕੀ ਕੀਤਾ ਜੀ, ਅਲਮੀਨੀਅਮ ਨੇ Fe ਨੂੰ ਉਸ ਦੀ ਜਗ੍ਹਾ 'ਚੋਂ ਰਿਪਲੇਸ ਕਰ ਦਿੱਤਾ ਤੇ ਉਹਦੀ ਜਗ੍ਹਾ ਲੈ ਲਈ। ਠੀਕ ਹੈ, ਇਹਦਾ ਮਤਲਬ ਇੱਥੇ ਇੱਕੋ ਵਾਰੀ ਜਿਹੜਾ ਤੱਤ ਹੈ ਉਹਨੇ ਦੂਜੇ ਤੱਤ ਦੀ ਜਗ੍ਹਾ ਲੈ ਲਈ। ਤਾਂ ਇਸ ਕਿਰਿਆ ਨੂੰ ਆਪਾਂ ਕੀ ਕਵਾਂਗੇ? ਇਸ ਕਿਰਿਆ ਨੂੰ ਆਪਾਂ ਕਵਾਂਗੇ ਵਿਸਥਾਪਨ ਕਿਰਿਆ, ਯਾਨੀ ਕਿ ਵਿਸਥਾਪਨ ਕਿਰਿਆ ਬਟ ਇੱਥੇ ਡਿਸਪਲੇਸਮੈਂਟ ਰਿਐਕਸ਼ਨ। ਠੀਕ ਹੈ ਜੀ, ਹਾਂਜੀ ਵਿਸਥਾਪਨ ਕਿਰਿਆ ਤੇ ਡਿਸਪਲੇਸਮੈਂਟ ਰਿਐਕਸ਼ਨ। 6th ਕੁਐਸਚਨ ਦੀ ਜੇ ਮੈਂ ਗੱਲ ਕੀਤਾ, ਹੇਠ ਦਿੱਤੀ ਰਸਾਇਣਿਕ ਕਿਰਿਆ ਦੀ ਕਿਸਮ ਦੱਸੋ। ਬੇਟਾ ਜੀ ਇੱਥੇ ਜਿਹੜੀ ਵੀ ਗੱਲ ਕੀਤੀ ਗਈ ਹੈ ਉਹ ਇਹੀ ਕੀਤੀ ਗਈ ਹੈ ਕਿ ਕੈਲਸ਼ੀਅਮ ਆਕਸਾਈਡ ਪਲਸ ਪਾਣੀ। ਨੇਮ ਦਾ ਟਾਈਪ ਆਫ ਕੈਮੀਕਲ ਰਿਐਕਸ਼ਨ ਗਿਵਨ ਬਿਲੋ।
H2O ਤੇ ਤੁਹਾਡੇ ਕੋਲ ਬਣਿਆ ਜੀ ਕੈਲਸ਼ੀਅਮ ਹਾਈਡਰੋਕਸਾਈਡ, ਜਿਹਨੂੰ ਆਪਾਂ ਬੁੱਝਿਆ ਚੂਨਾ ਵੀ ਕਹਿੰਦੇ ਆ, ਪਾਣੀ। ਠੀਕ ਹੈ ਜੀ। ਹੁਣ ਇਸ ਕਿਰਿਆ 'ਚ ਕੀ ਹੋਇਆ? ਇਸ ਕਿਰਿਆ 'ਚ ਨਾ ਤਾਂ ਵਿਸਥਾਪਨ ਹੋਇਆ, ਨਾ ਕੈਲਸ਼ੀਅਮ ਆਕਸਾਈਡ ਟੁੱਟਿਆ, ਨਾ ਦੋਹਰਾ ਵਿਸਥਾਪਨ ਹੋਇਆ। ਕੀ ਹੋਇਆ ਜੀ? ਦੋ ਚੀਜ਼ਾਂ ਮਿਲ ਕੇ ਇੱਕ ਨਵੀਂ ਚੀਜ਼ ਬਣ ਗਈ। ਇਹਦਾ ਮਤਲਬ ਇਹਦਾ ਸਹੀ ਆਨਸਰ ਕੀ ਹੈ ਜੀ? ਸੰਯੋਜਨ ਕਿਰਿਆ, ਜਿਸ ਨੂੰ ਆਪਾਂ ਕੀ ਕਹਿੰਦੇ ਆ? ਕੰਬੀਨੇਸ਼ਨ ਰਿਐਕਸ਼ਨ। ਵੈਰੀ ਐਕਸਪੈਕਟਡ ਕੁਐਸਚਨ ਇਨ ਦਾ 2 ਮਾਰਕਸ ਕਿ ਪਿੱਤਲ ਅਤੇ ਤਾਂਬੇ ਦੇ ਬਰਤਨਾਂ ਵਿੱਚ ਦਹੀਂ ਅਤੇ ਖੱਟੀਆਂ ਵਸਤੂਆਂ ਕਿਉਂ ਨਹੀਂ ਰੱਖਣੀਆਂ ਚਾਹੀਦੀਆਂ? ਪਿੱਤਲ ਅਤੇ ਤਾਂਬੇ ਦੇ ਜਿਹੜੇ ਬਰਤਨ ਹੈ ਉਹਨਾਂ 'ਚ ਆਪਾਂ ਕੀ ਕਰਦੇ ਹਾਂ ਜੀ? ਉਹਨਾਂ 'ਚ ਆਪਾਂ ਖੱਟੀਆਂ ਜਿਹੜੀਆਂ ਵਸਤੂਆਂ ਹੈ ਉਹ ਕਿਉਂ ਨਹੀਂ ਰੱਖ ਸਕਦੇ? ਕਿਉਂ ਜੀ? ਇਹਦਾ ਸਿੰਪਲ ਜਿਹਾ ਆਨਸਰ that why should curd and sour substances cannot be kept in the brass or the copper ਵੈਸਲਸ। ਤਾਂ ਇਹਦਾ ਸਿੰਪਲ ਜਿਹਾ ਆਨਸਰ ਇਹੀ ਸੀ ਕਿ ਆਪਾਂ ਕਿਉਂ ਨਹੀਂ ਰੱਖ ਸਕਦੇ ਪਿੱਤਲ ਦੇ ਭਾਂਡੇ ਵਿੱਚ, ਕਿਉਂਕਿ ਤੁਹਾਨੂੰ ਇਹ ਪਤਾ ਹੈ ਕਿ ਜੇ ਮੈਂ ਕਰਡ, ਦਹੀਂ ਜਾਂ ਕਿਸੇ ਵੀ ਸੋਰ ਸਬਸਟਾਂਸ ਦੀ ਗੱਲ ਕਰਾਂ, ਦਹੀਂ ਜਾਂ ਖੱਟੀਆਂ ਵਸਤੂਆਂ 'ਚ ਕੀ ਹੁੰਦਾ ਜੀ ਬੇਟਾ ਜੀ? ਜਦੋਂ ਆਪਾਂ ਤੇਜ਼ਾਬ ਦੀ ਡੈਫੀਨੇਸ਼ਨ ਤੁਹਾਨੂੰ ਪੜ੍ਹਾਉਂਦੇ ਹਾਂ ਤਾਂ ਆਪਾਂ ਪਹਿਲੀ ਗੱਲ ਤੁਹਾਨੂੰ ਹੈ ਕਿ ਤੇਜ਼ਾਬ ਦਾ ਸਵਾਦ ਖੱਟਾ ਹੁੰਦਾ ਹੈ, ਠੀਕ ਹੈ ਨਾ, ਤੇ ਖਾਰ ਦਾ ਸਵਾਦ ਕੌੜਾ ਹੁੰਦਾ ਹੈ। ਜਿਹੜੀ ਦਹੀਂ ਤੇ ਖੱਟੀਆਂ ਜਿਹੜੀਆਂ ਵਸਤੂਆਂ ਹੁੰਦੀਆਂ ਨੇ ਉਹਦੇ ਵਿੱਚ ਕੀ ਮੌਜੂਦ ਹੈ ਜੀ? ਦਹੀਂ ਤੇ ਜਿਹੜੀਆਂ ਖੱਟੀਆਂ ਵਸਤੂਆਂ ਉਸ ਵਿੱਚ ਕੀ ਹੈ ਜੀ? ਤੇਜ਼ਾਬ ਮੌਜੂਦ ਹੈ। ਠੀਕ ਹੈ ਜੀ। ਜਦੋਂ ਤੇਜ਼ਾਬ ਮੌਜੂਦ ਹੈ, ਤੁਸੀਂ ਲਿਖ ਸਕਦੇ ਹੋ ਦਹੀਂ ਅਤੇ ਖੱਟੀਆਂ ਵਸਤੂਆਂ ਵਿੱਚ ਤੇਜ਼ਾਬ ਮੌਜੂਦ ਹੈ। ਠੀਕ ਹੈ। ਜੋ ਕੀ ਕਰਦਾ ਜੀ? ਜਿਹੜਾ ਤੇਜ਼ਾਬ ਮੌਜੂਦ ਹੈ ਉਹ ਕੀ ਕਰਦਾ ਜੀ? ਉਹ ਕਿਰਿਆ ਕਰਦਾ ਹੈ ਕਿਹਦੇ ਨਾਲ? ਜੋ ਪਿੱਤਲ ਅਤੇ ਤਾਂਬੇ ਦੇ ਬਰਤਨਾਂ ਨਾਲ ਕੀ ਕਰ ਲੈਂਦਾ ਹੈ? ਜੋ ਪਿੱਤਲ ਅਤੇ ਤਾਂਬੇ ਦੇ ਬਰਤਨਾਂ ਨਾਲ ਕਿਰਿਆ ਕਰਕੇ, ਤਾਂਬੇ ਦੇ ਬਰਤਨਾਂ ਨਾਲ ਕਿਰਿਆ ਕਰਕੇ ਜ਼ਹਿਰੀਲੇ ਪਦਾਰਥ ਬਣਾ ਲੈਂਦਾ ਹੈ, ਟੌਕਸਿਕ ਸਬਸਟੈਂਸਸ ਬਣਾ ਲੈਂਦਾ ਹੈ। ਠੀਕ ਹੈ ਜੀ। ਯੂ ਨੋ ਕਿ ਜਿਹੜੇ curd plus sour substances have acid in it, and when it reacted with brass or any other, you can say, utensil, it make toxic substances which is not eatable। ਔਰ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਸਾਡੇ ਸਰੀਰ ਲਈ ਕੀ ਹੈ ਜੀ? ਜ਼ਹਿਰੀਲੇ ਪਦਾਰਥ ਬਣਾਉਂਦੇ ਹਨ, ਜੋ ਸਾਡੇ ਸਰੀਰ ਲਈ ਕੀ ਹਨ? ਬਣਾਉਂਦੇ ਹਨ, ਜੋ ਸਾਡੇ ਸਰੀਰ ਲਈ ਕੀ ਹਨ? ਹਾਨੀਕਾਰਕ। ਸਰੀਰ ਲਈ ਕੀ ਹਨ? ਹਾਨੀਕਾਰਕ। ਠੀਕ ਹੈ ਜੀ। ਸਿੰਪਲ ਜਿਹਾ ਆਨਸਰ ਸੀ। ਇੰਨਾ ਲਿਖਣ ਨਾਲ, ਸਿਰਫ ਆ 2 ਪੁਆਇੰਟਸ ਲਿਖਣ ਨਾਲ ਤੁਹਾਨੂੰ ਪੂਰੇ 2 ਨੰਬਰ ਮਿਲ ਜਾਣੇ ਸੀ। ਲੈਟ ਅਸ ਡਿਸਕਸ ਦਾ ਨੈਕਸਟ ਕੁਐਸਚਨ। ਕੱਪੜੇ ਧੋਣ ਵਾਲੇ ਸੋਡੇ ਦੇ ਕੀ ਉਪਯੋਗ ਹਨ? ਬੇਟਾ ਜੀ ਕਿੰਨਾ ਕਾਮਨ ਸੈਂਸ ਦਾ ਕੁਐਸਚਨ ਸੀ ਕਿ ਕੱਪੜੇ ਧੋਣ ਵਾਲੇ ਜਿਹੜਾ ਸੋਡਾ ਹੈ ਜੀ ਉਹਦੇ ਕੀ ਉਪਯੋਗ ਸਨ। ਤਾਂ ਮੈਂ ਤੁਹਾਨੂੰ ਆਈ ਆਲਸੋ ਰੀਡ ਇਨ ਇੰਗਲਿਸ਼ ਕੀ ਹੈ ਕਿ ਰਾਈਟ ਦਾ ਯੂਜ਼ਸ ਆਫ ਦਾ ਵਾਸ਼ਿੰਗ ਸੋਡਾ। ਤਾਂ ਕਿੰਨੀ ਸਿੰਪਲ ਜੀ ਗੱਲ ਸੀ ਕਿ ਪਹਿਲੀ ਗੱਲ ਤਾਂ ਤੁਸੀਂ ਇਹੀ ਲਿਖ ਸਕਦੇ ਸੀ ਕਿ ਸਾਬਣ ਨਿਰਮਾਣ ਲਈ ਵਰਤਿਆ ਜਾਂਦਾ ਹੈ। ਠੀਕ ਹੈ। ਫॉर द ਪ੍ਰੈਪਰੇਸ਼ਨ ਆਫ ਸੋਪ, ਸਾਬਣ ਨਿਰਮਾਣ ਲਈ ਵਰਤਿਆ ਜਾਂਦਾ ਹੈ। ਠੀਕ ਹੈ ਜੀ। ਸਾਬਣ ਨਿਰਮਾਣ ਲਈ ਵਰਤਿਆ ਜਾਂਦਾ ਹੈ। ਹੋਰ ਕਿੱਥੇ ਕਿੱਥੇ ਵਰਤਦੇ ਆ ਇਹਨੂੰ? ਗਲਾਸ ਇੰਡਸਟਰੀਜ਼ 'ਚ ਵਰਤਦੇ ਹਾਂ ਅਸੀਂ, ਕੱਚ ਦੇ ਨਿਰਮਾਣ ਲਈ। ਠੀਕ ਹੈ ਜੀ। ਕੱਚ ਦੇ ਨਿਰਮਾਣ ਲਈ ਵਰਤਦੇ ਹਾਂ, ਜਿਹਨੂੰ ਆਪਾਂ ਕਹਿ ਦਿੰਦੇ ਇੰਗਲਿਸ਼ 'ਚ ਗਲਾਸ। ਠੀਕ ਹੈ। ਕੱਚ ਦੇ ਨਿਰਮਾਣ ਲਈ ਵਰਤਿਆ ਜਾਂਦਾ ਹੈ। ਨੈਕਸਟ ਯੂ ਕੈਨ ਸੇ ਕਿ ਕਾਗਜ਼ ਦੇ ਨਿਰਮਾਣ ਲਈ, ਫॉर द ਫਾਰਮੇਸ਼ਨ ਆਫ ਪੇਪਰ, ਕਾਗਜ਼ ਦੇ ਨਿਰਮਾਣ ਲਈ ਅਸੀਂ ਇਹਨੂੰ ਵਰਤਦੇ ਹਾਂ। ਠੀਕ ਹੈ। ਕਾਗਜ਼ ਦੇ ਨਿਰਮਾਣ ਲਈ ਵਰਤਿਆ ਜਾਂਦਾ ਹੈ। ਠੀਕ ਹੈ ਜੀ। ਅਗਲਾ ਜੀ ਇੱਕ ਬਹੁਤ ਇੰਪੋਰਟੈਂਟ ਪੁਆਇੰਟ ਹੈ ਇਹਦਾ, ਦੈਟ ਇਜ਼ ਕਿ ਪਾਣੀ ਦੀ ਕਠੋਰਤਾ ਨੂੰ ਹਟਾਉਣ ਲਈ। ਬੇਟਾ ਜੀ ਤੁਹਾਨੂੰ ਸੋਪਸ ਐਂਡ ਡਿਟਰਜੈਂਟ ਜਿਹੜਾ ਟੌਪਿਕ ਹੈ ਉਹ ਕੱਟ ਦਿੱਤਾ ਗਿਆ ਕਾਰਬਨ ਐਂਡ ਇਟਸ ਕੰਪਾਊਂਡ 'ਚ। ਜੇ ਤੁਸੀਂ ਉਹ ਟੌਪਿਕ ਪੜ੍ਹਦੇ ਤਾਂ ਤੁਹਾਨੂੰ ਪਤਾ ਲੱਗਦਾ ਕਿ ਜਿਹੜਾ ਡਿਟਰਜੈਂਟ ਹੈ ਉਹ ਸੋਪ ਨੂੰ ਰਿਪਲੇਸ ਕਰਦਾ ਹੈ। ਕਿਉਂਕਿ ਜਿਹੜਾ ਹਾਰਡ ਵਾਟਰ ਹੈ ਉੱਥੇ ਜਿਹੜਾ ਸੋਪ ਹੈ ਉਹ ਕੰਮ ਨਹੀਂ ਕਰਦਾ। ਇਹਦਾ ਮਤਲਬ ਪਾਣੀ ਦੀ ਕਠੋਰਤਾ ਨੂੰ ਹਟਾਉਣ ਲਈ ਆਪਾਂ ਡਿਟਰਜੈਂਟ ਨੂੰ ਵਰਤਦੇ ਹਾਂ। ਠੀਕ ਹੈ ਜੀ। ਪਾਣੀ ਦੀ ਕਠੋਰਤਾ ਨੂੰ ਹਟਾਉਣ ਲਈ ਵਰਤਿਆ ਜਾਂਦਾ ਹੈ। ਠੀਕ ਹੈ ਜੀ। ਇੰਨੇ ਪੁਆਇੰਟਸ ਤੁਸੀਂ ਲਿਖਦੇ ਤਾਂ ਤੁਹਾਡੇ 2 ਨੰਬਰ ਪੱਕੇ ਸੀਗੇ। ਨਾਓ ਨੈਕਸਟ ਇਜ਼ ਵੈਰੀ ਇੰਪੋਰਟੈਂਟ। ਉਦਾਸੀਨੀਕਰਨ ਕਿਰਿਆ ਤੋਂ ਕੀ ਭਾਵ ਹੈ? ਇੱਕ ਉਦਾਹਰਨ ਤੋਂ, what is the neutralization reaction? give an example। ਬਹੁਤ ਵਾਰੀ ਜਦੋਂ ਤੁਹਾਨੂੰ ਅਸੀਂ ਇੱਕ ਕੁਐਸਚਨ ਕਰਾਉਂਦੇ ਹਾਂ ਤੇ ਅਸੀਂ ਤੁਹਾਨੂੰ 2 ਉਦਾਹਰਨਾਂ ਯਾਦ ਕਰਾਉਂਦੇ ਹਾਂ। ਆਪਾਂ ਕਹਿੰਦੇ ਪਹਿਲੀ ਤਾਂ ਸਿੰਪਲ ਜੀ, HCl plus NaOH and you have your neutralization reaction। what is neutralization reaction ਜਾਂ ਉਦਾਸੀਨੀਕਰਨ ਕਿਰਿਆ ਕੀ ਹੈ?
ठीक है जी बेटा जी। उदासीनीकरण क्रिया मतलब उदासीन हो जाना है ना। उदासीन क्रिया च की करना यानी सैटिस्फाई हो जाना। अगर आप मैं कहां कि जदों साडी तेजाब यानी व्हेन एसिड रिएक्ट विद बेस टू फॉर्म सॉल्ट एंड वाटर, तेजाब ਅਤੇ ਖਾਰ ਦੀ ਆਪਸੀ ਕਿਰਿਆ, ਆਪਾਂ ਇਹਨੂੰ ਕਹਿ ਸਕਦੇ ਹਾਂ ਜੀ ਤੇਜ਼ਾਬ ਅਤੇ ਖਾਰ ਦੀ ਆਪਸੀ ਕਿਰਿਆ ਤੋਂ ਕੀ ਬਣਦਾ ਹੈ ਜੀ, ਲੂਣ ਅਤੇ ਪਾਣੀ। ਠੀਕ ਹੈ ਜੀ, ਲੂਣ ਅਤੇ ਪਾਣੀ ਬਣਦੇ ਹਨ। ਠੀਕ ਹੈ, ਇਸ ਨੂੰ ਆਪਾਂ ਕੀ ਕਹਿ ਦਿੰਦੇ ਆ, ਇਸ ਨੂੰ ਉਦਾਸੀਨੀਕਰਨ ਕਿਰਿਆ ਕਹਿੰਦੇ ਹਨ। ਇਸ ਨੂੰ ਕੀ ਕਹਿ ਦਿੰਦੇ ਆ ਜੀ, ਉਦਾਸੀਨੀਕਰਨ ਕਿਰਿਆ। ਠੀਕ ਹੈ ਜੀ, ਉਦਾਸੀਨ ਕਿਰਿਆ। ਤੇ ਇਹਦੀ ਐਗਜ਼ਾਮਪਲ ਕੀ ਹੈ ਜੀ, ਇਹਦੀ ਇਹੀ ਸਭ ਤੋਂ ਵੱਧ ਜਿਹੜੀ ਸਭ ਤੋਂ ਇੰਪੋਰਟੈਂਟ ਐਗਜ਼ਾਮਪਲ ਹੈ, ਇੱਥੇ ਤੁਸੀਂ ਲਿਖੋਗੇ NaOH ਜੋ ਕਿ ਇੱਕ ਖਾਰ ਹੈ, HCl ਜੋ ਕਿ ਕੀ ਹੈ ਇੱਕ ਤੇਜ਼ਾਬ ਹੈ। ਜਦੋਂ NaOH HCl ਨਾਲ ਕਿਰਿਆ ਕਰਦਾ ਦੇयर इज अ ਫਾਰਮੇਸ਼ਨ ਆਫ NaCl ਜਿਹਨੂੰ ਆਪਾਂ ਲੂਣ ਕਹਿ ਦਿੰਦੇ ਆ, ਸੋਲਟ ਪਲੱਸ ਨਾਲ देयर इज अ ਫਾਰਮੇਸ਼ਨ ਆਫ ਵਾਟਰ। ਠੀਕ ਹੈ ਜੀ। ਜੇ ਤੁਸੀਂ ਇਹ ਉਦਾਹਰਨ ਨਹੀਂ ਦੇਣਾ ਚਾਹੁੰਦੇ ਤਾਂ ਤੁਸੀਂ ਇਹ ਉਦਾਹਰਨ ਦੇ ਸਕਦੇ ਹੋ KOH ਪਲੱਸ HCl। KOH ਵੀ ਤੁਹਾਡਾ ਕੀ ਹੈ, ਖਾਰ। ਤੇ ਜੇ ਮੈਂ HCl ਦੀ ਗੱਲ ਕਰਾਂ ਤੇ ਇਹ ਵੀ ਕੀ ਹੈ ਤੁਹਾਡਾ ਜੀ, ਇਹ ਵੀ ਤੁਹਾਡਾ ਕੀ ਹੈ ਜੀ, ਤੇਜ਼ਾਬ। ਤੇ ਜਦੋਂ ਇਹ ਕਿਰਿਆ ਕਰਦੇ ਨੇ देयर इज अ ਫਾਰਮੇਸ਼ਨ ਆਫ KCl ਪਲੱਸ ਵਾਟਰ। ਠੀਕ ਹੈ ਜੀ। KCl ਕੀ ਹੈ ਸਾਡਾ ਲੂਣ ਤੇ ਜਮਾ ਕੀ ਹੈ ਜੀ ਤੁਹਾਡਾ ਪਾਣੀ। ਠੀਕ ਹੈ, ਦੇਖੋ ਜੀ ਤੇਜ਼ਾਬ ਅਤੇ ਖਾਰ ਦੀ that is reaction of acid with base, ठीक है, to form the salt and water, to form salt and water। ठीक है जी। चलो नेक्स्ट क्वेश्चन डिस्कस करते हैं। ਤੁਹਾਡਾ नेक्स्ट क्वेश्चन ਸੀਗਾ थोड़ा ट्रिकी सी। नेक्स्ट क्वेश्चन ਦਿੱਤੇ ਗਏ ਚਿੱਤਰ ਵਿੱਚ ਪਾਣੀ ਦੇ ਬਿਜਲੀ ਅਪਘਟਨ ਦੌਰਾਨ ਪੈਦਾ ਹੋਈਆਂ ਗੈਸਾਂ ਦੇ ਨਾਂ ਲਿਖੋ, x ਅਤੇ y ਦੇ ਨਾਂ ਲਿਖੋ। ਇਨ ਦ ਗਿਵਨ ਫਿਗਰ ਦ ਇਲੈਕਟ੍ਰੋਲਿਸਿਸ ਆਫ ਦ ਵਾਟਰ, ਨੇਮ ਦ ਗੈਸਿਸ x ਐਂਡ y। ਬੇਟਾ ਜੀ ਹੁਣ ਬੱਚਿਆਂ ਨੇ ਕੀ ਕੀਤਾ, ਬੱਚਿਆਂ ਨੇ ਇਹ ਕੀਤਾ ਕਿ ਜਿੱਥੇ ਦਿਲ ਕੀਤਾ ਹਾਈਡਰੋਜਨ ਲਿਖਤਾ ਤੇ ਜਿੱਥੇ ਦਿਲ ਕੀਤਾ ਆਕਸੀਜਨ ਲਿਖਤਾ, ਬਟ ਦਿਸ ਇਜ਼ ਨਾਟ ਦ ਕੰਸੈਪਟ। ਮੈਂ ਜਦੋਂ ਵੀ ਤੁਹਾਨੂੰ ਰਿਵੀਜ਼ਨ ਕਰਾਨੀ ਆ ਨਾ, ਮੈਂ ਕਹਿੰਦੀ ਆ ਕਿ ਜਿਹੜਾ ਵਾਟਰ ਦਾ ਅਪਘਟਨ ਹੈ ਜਾਂ ਵਾਟਰ ਦਾ ਜਿਹੜਾ ਡੀਕੰਪੋਜੀਸ਼ਨ ਹੈ ਉਹ ਤੁਸੀਂ ਏਦਾਂ ਯਾਦ ਕਰਨਾ, AOCH। what do you mean by AO? AO means कि एनोड ते हमेशा केड़ी गैस निकलेगी, ऑक्सीजन। ते कैथोड ते हमेशा केड़ी गैस निकलेगी, हाइड्रोजन। ठीक है जी बेटा जी। हुण जे तुसी X ते X लिखोगे तो X मस्ट बी ऑक्सीजन। ठीक है जी। जे तुसी Y लिखोगे तो Y मस्ट बी हाइड्रोजन। जे तुसी उल्टा लिखदे हो यानी कि तुसी X ਨੂੰ ਹਾਈਡਰੋਜਨ ਲਿਖ ਦਿੰਦੇ ਹੋ ਤਾਂ Y ਨੂੰ ਨਾਲ ਗੈਸ ਵਰਡ ਵੀ ਲਿਖਣਾ ਜੀ, ਆਕਸੀਜਨ ਗੈਸ, ਹਾਈਡਰੋਜਨ ਗੈਸ। ਠੀਕ ਹੈ, ਤੇ ਜੇ ਤੁਸੀਂ ਬਾਈ ਚਾਂਸ Y ਤੇ ਯੂ ਰਾਈਟ ਆਕਸੀਜਨ ਗੈਸ ਐਂਡ X ਤੇ ਯੂ ਰਾਈਟ ਹਾਈਡਰੋਜਨ ਗੈਸ ਤਾਂ ਤੁਹਾਨੂੰ ਨੰਬਰ ਨਹੀਂ ਮਿਲਣਗੇ। ਫਿਰ ਤੁਸੀਂ ਇਹ ਨਹੀਂ ਕਹੋਗੇ ਕਿ ਅਸੀਂ ਤਾਂ ਠੀਕ ਕੀਤਾ ਸੀ, ਹਾਏ ਸਾਡੇ ਇਹ 2 ਨੰਬਰ ਕਿਉਂ ਕੱਟ ਲਏ। ਬਿਕੋਜ਼ ਐਨੋਡ ਤੇ ਹਮੇਸ਼ਾ ਆਕਸੀਜਨ ਗੈਸ ਨਿਕਲਦੀ ਹੈ ਤੇ ਕੈਥੋਡ ਤੇ ਹਮੇਸ਼ਾ ਕਿਹੜੀ ਗੈਸ ਨਿਕਲਦੀ ਹੈ, ਹਾਈਡਰੋਜਨ ਗੈਸ। ਠੀਕ ਹੈ ਜੀ। ਚਲੋ ਇਹ ਵੀ ਕੁਐਸਚਨ ਤੁਹਾਡਾ ਹੋ ਗਿਆ। ਐਕਸ ਵਾਈ ਕੀ ਹੈ, ਐਕਸ ਹੈ ਜੀ ਤੁਹਾਡੀ ਆਕਸੀਜਨ ਗੈਸ ਤੇ ਵਾਈ ਹੈ ਤੁਹਾਡਾ ਹਾਈਡਰੋਜਨ ਗੈਸ। ਨੈਕਸਟ ਇਜ਼ 3 ਨੰਬਰ ਦੇ ਕੁਐਸਚਨ ਹੈ। ਪਹਿਲਾ 3 ਨੰਬਰ ਦਾ ਕੁਐਸਚਨ ਪੁੱਛਿਆ ਗਿਆ, ਤਾਪ ਨਿਕਾਸੀ ਅਤੇ ਤਾਪ ਸੋਖੀ ਕਿਰਿਆ ਦੇ ਵਿੱਚ ਅੰਤਰ ਸਪਸ਼ਟ ਕਰੋ। ਤੇ ਇੱਕ ਗੱਲ ਇੱਥੇ ਹੋਰ ਪੁੱਛੀ ਗਈ ਹੈ, ਉਦਾਹਰਨ ਜ਼ਰੂਰ ਦੇਣੀ ਹੈ। ਵੈਰੀ ਈਜ਼ੀ ਕੁਐਸਚਨ, ਬਹੁਤ ਹੀ ਈਜ਼ੀ ਕੁਐਸਚਨ ਸੀ। ਚਲੋ ਜੀ ਮੈਂ ਤੁਹਾਨੂੰ ਸਮਝਾਉਂਦੀ ਹਾਂ, ਤੁਸੀਂ ਕੀ ਲਿਖ ਸਕਦੇ ਹੋ। ਠੀਕ ਹੈ, ਲੈਟ ਅਸ ਰਾਈਟ ਡਾਊਨ ਦਿਸ। ਤਾਪ ਨਿਕਾਸੀ ਅਤੇ ਤਾਪ ਸੋਖੀ ਕਿਰਿਆ। ਠੀਕ ਹੈ, ਤੁਸੀਂ ਡਿਫਰੈਂਸ ਨੂੰ ਕੋਸ਼ਿਸ਼ ਕਰਨੀ ਹੈ ਕਿ ਹਮੇਸ਼ਾ ਲਾਈਨ ਮਾਰ ਕੇ ਕਰਨਾ ਹੈ, ਤਾਪ ਨਿਕਾਸੀ ਅਤੇ ਤਾਪ ਸੋਖੀ ਕਿਰਿਆ। ਠੀਕ ਹੈ ਜੀ। ਜੇ ਮੈਂ ਤਾਪ ਨਿਕਾਸੀ ਦੀ ਗੱਲ ਕਰਾਂ ਤਾਂ ਜਿਨ੍ਹਾਂ ਕਿਰਿਆਵਾਂ ਵਿੱਚ ਕੀ ਹੁੰਦਾ ਜੀ, ਜਿਨ੍ਹਾਂ ਕਿਰਿਆਵਾਂ ਵਿੱਚ ਤਾਪ ਦਾ ਨਿਕਾਸ ਹੁੰਦਾ ਹੈ ਯਾਨੀ ਕਿ ਤਾਪ ਨਿਕਲਦਾ ਹੈ, ਤਾਪ ਦਾ ਨਿਕਾਸ ਹੁੰਦਾ ਹੈ, ਨਿਕਲਦਾ ਹੈ ਤਾਪ ਦਾ ਨਿਕਾਸ ਹੁੰਦਾ ਹੈ, ਉਹਨਾਂ ਨੂੰ ਅਸੀਂ ਤਾਪ ਨਿਕਾਸੀ ਕਿਰਿਆ ਕਹਿੰਦੇ ਹਾਂ। ਉਹਨਾਂ ਨੂੰ ਅਸੀਂ ਤਾਪ ਨਿਕਾਸੀ ਕਿਰਿਆ ਕਹਿੰਦੇ ਹਾਂ। ਠੀਕ ਹੈ ਜੀ। ਕੀ ਕਹਿੰਦੇ ਆ ਜੀ, ਤਾਪ ਨਿਕਾਸੀ ਕਿਰਿਆ। ਠੀਕ ਹੈ, ਇਹਦੀ ਆਪਾਂ ਉਦਾਹਰਨ ਦੇ ਸਕਦੇ ਹਾਂ। ਜਿਵੇਂ CaO plus water and it gives you CaOH twice plus ਉੱਥੇ ਕੀ ਨਿਕਲੇਗਾ, ਤਾਪ। ਠੀਕ ਹੈ ਜੀ। ਜੇ ਮੈਂ ਤਾਪ ਸੋਖੀ ਦੀ ਗੱਲ ਕਰਾਂ ਤਾਂ ਜਿਨ੍ਹਾਂ ਕਿਰਿਆਵਾਂ ਵਿੱਚ ਕੀ ਨਿਕਲੇਗਾ ਜੀ, ਜਿਨ੍ਹਾਂ ਕਿਰਿਆਵਾਂ ਵਿੱਚ
ਤਾਪ ਸੋਖਣ, ਤਾਪ ਦਾ ਸੋਖਣ ਹੁੰਦਾ ਹੈ, ਯਾਨੀ ਜਿਹੜਾ ਤਾਪ ਹੈ ਉਹ ਸੋਖਿਆ ਜਾਂਦਾ ਹੈ, ਫਿਰ ਕਿਰਿਆ ਹੁੰਦੀ ਹੈ। ਤਾਪ ਦਾ ਸੋਖਣ ਹੁੰਦਾ ਹੈ, ਉਹਨਾਂ ਨੂੰ ਅਸੀਂ ਕੀ ਕਹਿੰਦੇ ਆ ਜੀ, ਉਹਨਾਂ ਨੂੰ ਤਾਪ ਸੋਖੀ ਕਿਰਿਆ ਕਹਿੰਦੇ ਹਾਂ। ਕੀ ਕਹਿੰਦੇ ਆ ਜੀ, ਉਹਨਾਂ ਨੂੰ ਤਾਪ ਸੋਖੀ ਕਿਰਿਆ ਕਹਿੰਦੇ ਹਾਂ। ਠੀਕ ਹੈ, ਤਾਪ ਸੋਖੀ ਕਿਰਿਆ ਕਹਿੰਦੇ ਹਾਂ। ਇਸ 'ਚ ਆਪਾਂ ਐਗਜ਼ਾਮਪਲ ਕੀ ਦੇਵਾਂਗੇ ਜੀ, ਉਦਾਹਰਨ ਆਪਾਂ ਕੀ ਦੇਵਾਂਗੇ, ਐਗਜ਼ਾਮਪਲ ਆਪਾਂ ਕੀ ਦੇਵਾਂਗੇ, ਕੈਲਸ਼ੀਅਮ ਕਾਰਬੋਨੇਟ ਜਦੋਂ ਤਾਪ ਦਿੰਦੇ ਆ ਤੇ ਉਹ ਟੁੱਟ ਜਾਂਦਾ ਜੀ CaO ਪਲੱਸ ਕਾਰਬਨ ਡਾਈਆਕਸਾਈਡ ਗੈਸ ਦੇ ਵਿੱਚ। ਠੀਕ ਹੈ, ਔਰ ਇੱਦਾਂ ਤੁਸੀਂ ਦੇ ਸਕਦੇ ਹੋ ਕਿ ਜਿਨ੍ਹਾਂ 'ਚ ਹੀਟ ਨਿਕਲਦੀ ਹੈ, ਇਵੋਲਵ ਹੁੰਦੀ ਹੈ, ਉਹ ਹੈ ਜੀ ਸਾਡੀਆਂ ਐਗਜ਼ੋਥਰਮਿਕ ਰਿਐਕਸ਼ਨਸ, ਔਰ ਜਿਨ੍ਹਾਂ 'ਚ ਹੀਟ ਜਿਹੜੀ ਹੈ ਯੂਜ਼ ਹੁੰਦੀ ਹੈ that are our endothermic reactions। ਠੀਕ ਹੈ, ਚਲੋ ਜੀ ਲਾਸਟ ਕੁਐਸਚਨ 3 ਨੰਬਰ ਦਾ ਕੀ ਸੀ, ਉਹਨਾਂ ਅਪਘਟਨ ਕਿਰਿਆ ਦੀ ਇੱਕ ਸਮੀਕਰਨ ਲਿਖੋ ਜਿਨ੍ਹਾਂ ਵਿੱਚ ਤਾਪ, ਪ੍ਰਕਾਸ਼ ਅਤੇ ਜਿਹੜਾ ਹੈ ਤੁਹਾਡਾ ਬਿਜਲੀ ਊਰਜਾ ਦੀ ਲੋੜ ਹੁੰਦੀ ਹੈ। ਯਾਨੀ ਕਿ ਤੁਸੀਂ ਕੀ ਕਰਨਾ ਹੈ ਜੀ, ਸਾਰੀਆਂ ਇੱਕ ਉਦਾਹਰਨ ਦੇਣੀਆਂ ਹੈ। ਯੂ ਹੈਵ ਟੂ ਗਿਵ one equation for each for the decomposition reaction where energy is supplied in the form of heat, light or electricity। heat, light or electricity। तो चलो जी हीट, लाइट और इलैक्ट्रिसिटी तिना की उदाहरण दईए। पहली तो दईए जी अपघटन क्रिया जिस विच ताप ऊर्जा की लोड़ हुंदी है, दैट इज हीट। ठीक है जी, हीट किहदे विच लोड़ हुंदी है, यू कैन गिव बेटा, मैं तुहानूं बार बार कह रही हाँ सिर्फ एक उदाहरण। हुणे देखो ये आपां ताप ऊर्जा वाली किह च यूज कीती है, आपां ताप सौखी च भी यूज कीती। ताप ऊर्जा इट गिव्स यू CaO प्लस Ca2। ठीक है, CO2। ठीक है, जे मैं नैक्सट गल करा प्रकाश ऊर्जा की, तो जदों मैं रिवीजन करवाई सी, मैं तुहानूं ये रिएक्शन बहुत अच्छी तरह कराई सी कि ये चिट्टी काली फोटोग्राफी च भी यूज हुंदी है। AgCl जदों आपां प्रकाश दिंदे हाँ, देयर इज अ फॉर्मेशन ऑफ Ag प्लस Cl2। नूं बैलेंस करिए, 2 इत्थे ला दीए, 2 इत्थे। ठीक है जी, तो ये साडी जिहड़ी होगी जी प्रकाश ऊर्जा की रिएक्शन। थर्ड आपां देनी है बिजली ऊर्जा की, इलैक्ट्रिसिटी की, और उहदी तो सब तो कॉमन एग्जाम्पल है जिहड़ी बहुत वारी तुहाडे नाल डिस्कस की गई है, दैट इज डीकंपोजिशन ऑफ वाटर। ठीक है जी, दैट इज डीकंपोजिशन ऑफ वाटर, बिजली ऊर्जा जिन्हों आपां कहांगे विच इज ब्रेक इनटू हाइड्रोजन प्लस ऑक्सीजन। आ तीनों एग्जाम्पल जे तुसीं दे दोगे तो तुहानूं 3 मार्क्स फुल मिल जाने सी, जिहदा पेपर ये 3 नंबर का क्वेश्चन सी। सो इस तरह जिहड़ा तुहाडा अज दा वीकली टेस्ट आया बेटा जी दिस इट इज़ वेरी इंपॉर्टेंट बाय मतलब अगर मैं एग्जामिनेशन पॉइंट ऑफ व्यू की गल करा। सो उम्मीद करदी हाँ कि ये सोल्यूशन तुसी करोगे तो तुहानूं अच्छी तरह ये सोल्यूशन याद होएगा। टिल दैन गुड बाय, टेक केयर।